बिन बुलाई जी श्रोमणी कमेटी जी नवीं एग्जैक्टिव आ जी अकाल तख्त साहब वालों सद्दी नहीं गई, जान बुझ के उत्थे चली गई। ये किहदे कहण ते गई आ? ये सही पहला तो ये स्पष्ट होना चाहिए किहदे कहण ते उत्थे चल गई। गोबिंद सिंह लौंगोवाल जिहड़ा वा वो सरसे साध का चेला हो के वो पहले तनख्वाह लवा चुका। उन्होंने तो अपने जिवें इन्हें महिते ने अपना अस्तीफा दिता, इन्हूं तो पहले अस्तीफा दे देना चाहिए क्योंकि ये तनखाही काम नहीं कर सकता। इन्हां दोषियों को कटहरे दे विच खड़ा करके इन्हां जंबूरां दे नाल मास क्यों नहीं खिंचिया जांदा? इन्हां दोषियों का इन्हां पापियां नूं इन्हां नूं कटहरे दे विच लिया करके सख्त नूं इन्हां फांसी लाउणी चाहिए। इन्हां नूं इन्हां ने अगों जवाब ते की देना? इन्हां ने आयो भगत करने तो डांगा भराउणियां शुरू कर दित्तियां। सिखां ਦੀਆਂ पग्गां लाईਆਂ गईਆਂ, पग्गां रोलियां गईਆਂ। नरैणू महंत तो भी ये टप गए अज। ਅਸੀਂ ਇਹਨਾਂ ਦਾ ਵਿਰੋਧ ਵੀ ਕਰਾਂਗੇ ਡਟ ਕੇ, ਜੋ ਵੀ ਆ। ਜੇ ਸਾਨੂੰ ਕੁਝ ਵੀ ਕਰਨਾ ਪਿਆ ਗੁਰੂ ਸਾਹਿਬ ਦੀ ਖਾਤਰ ਅਸੀਂ ਕਰਾਂਗੇ। ਅੱਜ ਅਸੀਂ ਆਪ ਸ਼ਰਮਿੰਦੇ ਹਾਂ ਵੀ ਸਾਨੂੰ ਇਹਨਾਂ ਖਿਲਾਫ ਲੜਨ ਜਾਣਾ ਪੈਂਦਾ ਜਿਹੜੇ ਅਸੀਂ ਨਰੈਣੂ ਮਹੰਤ ਤੋਂ ਵਾਅਦਾ ਚੁਣੇ ਸੀ। ਗੁਰੂ ਘਰ ਜਾ ਕੇ ਭਾਂਡੇ ਮਾਂਜਣੇ ਸਿੱਖ ਲਈ ਸਜ਼ਾ ਨਹੀਂ ਆ, ਤੇ ਨਾ ਝਾੜੂ ਲਾਉਣਾ ਕੋਈ ਸਿੱਖ ਲਈ ਸਜ਼ਾ ਵਾ। ਸਿੱਖ ਦੀ ਇਹ ਸਜ਼ਾ ਨਹੀਂ। ਅਕਾਲੀ ਫੂਲਾ ਸਿੰਘ ਨੇ ਕੋੜੇ ਮਾਰੇ ਸੀ, ਤੇ ਜੇ ਉਹ ਹੁੰਦੇ ਜਹੇਦਾਰ ਇਹਨਾਂ ਨੂੰ ਮਾਰ-ਮਾਰ ਕੋੜੇ ਦਰਬਾਰ ਸਾਹਿਬ ਦੀ ਹਦੂਦ ਤੋਂ ਬਾਹਰ ਕੱਢ ਦਿੰਦੇ। ਤੇ ਅਸੀਂ ਰੋਸ ਮਾਰਚ ਵੀ ਕਰਨ ਨੂੰ ਦਰਬਾਰ ਸਾਹਿਬ ਜਾ ਰਹੇ ਹਾਂ। ਅਸੀਂ ਪਹਿਲਾਂ ਕਿਹਾ ਵੀ ਸਾਨੂੰ ਆਪ ਨੂੰ ਵੀ ਖੁਦ ਇਹ ਜ਼ਮੀਰ ਆਵਾਜ਼ ਨਹੀਂ ਦਿੰਦੀ, ਪਰ ਇਹਨਾਂ ਨਰੈਣੂ ਮਹੰਤਾਂ ਨੂੰ ਉੱਥੇ ਜਿਹੜੇ ਬੈਠੇ ਦਫ਼ਤਰਾਂ ਦੇ ਮੂਹਰੇ ਇਹਨਾਂ ਨੂੰ ਇਸੇ ਪਰਚਿਆਂ ਨੂੰ ਪਰਚਾ ਦਰਜ ਕਰਾਉਣ ਵਾਸਤੇ ਆ ਜਿਹੜੀ ਲਹਿਰ ਅੱਜ ਦਰਬਾਰ ਸਾਹਿਬ ਜਾ ਰਹੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਕੋਈ ਲੇਖਾ ਜੋਖਾ ਨਾ ਮਿਲਣਾ ਔਰ ਇਸ ਮਾਮਲੇ ਦੇ ਵਿੱਚ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਆ। ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹਿਸਾਬ ਕਿਤਾਬ ਮੰਗਣ ਦੇ ਨਾਲ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪਰ ਇਸ ਮੰਗ ਦੇ ਦਰਮਿਆਨ ਜਿਸ ਤਰੀਕੇ ਨਾਲ ਟਾਸਕ ਫੋਰਸ ਨੇ ਉੱਥੇ ਡਾਂਗਾ ਭਰਾਈਆਂ, ਉਸ ਤੋਂ ਬਾਅਦ ਸਿੱਖ ਸੰਗਤ ਦੇ ਵਿੱਚ ਰੋਸ ਖਾਸਾ ਵਧਿਆ ਹੋਇਆ ਹੈ। ਸੁਲਤਾਨਪੁਰ ਲੋਧੀ ਤੋਂ ਅੱਜ ਇੱਕ ਮੋਟਰਸਾਈਕਲ ਯਾਤਰਾ ਜਿਹੜੀ ਹੈ ਉਹ ਜਾਰੀ ਹੈ ਸ਼੍ਰੀ ਦਰਬਾਰ ਸਾਹਿਬ, ਔਰ ਉਸ ਮੁਹਿੰਮ ਨੂੰ ਉਸ ਸੰਘਰਸ਼ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੁਰੂ ਨਾਨਕ ਨਾਮ ਲੇਵਾ ਸੰਗਤ ਇਸ ਵੇਲੇ ਸਾਡੇ ਨਾਲ ਮੌਜੂਦ ਹੈ। ਸਭ ਤੋਂ ਪਹਿਲਾਂ ਤੇ ਆਪਣਾ ਨਾਮ ਦੱਸ ਦਿਓ ਤੇ ਇਹ ਜਿਹੜੀ ਯਾਤਰਾ ਅੱਜ ਸ਼ੁਰੂ ਕੀਤੀ ਗਈ ਹੈ, ਜਿਹੜਾ ਸੰਘਰਸ਼ ਆਰੰਭਿਆ ਗਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਲੇਖਾ ਜੋਖਾ ਨਹੀਂ ਉਹਨਾਂ ਦਾ ਕੋਈ ਮਿਲਦਾ ਪਿਆ, ਹਿਸਾਬ ਕਿਤਾਬ ਜਿਹੜਾ ਹੇਰ ਫੇਰ ਹੋ ਗਿਆ, ਤੇ ਸਜ਼ਾਵਾਂ ਜਿਹੜੀਆਂ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਦਿੱਤੀਆਂ ਗਈਆਂ ਉਹ ਵੀ ਨਗੂਣੀਆਂ ਜੀਆਂ ਲੱਗਦੀਆਂ ਨੇ, ਤੇ ਜਿਨ੍ਹਾਂ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਸੀ ਉਹ ਕਿਤੇ ਪੋਚਾ ਜਿਹਾ ਵੱਜਾ ਵੀ ਨਜ਼ਰ ਆਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਕਵਲਜੀਤ ਸਿੰਘ ਲਾਲੀ ਸੁਲਤਾਨਪੁਰ ਲੋਧੀ ਤੋਂ ਅਸੀਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਜਿਹੜਾ ਮਾਰਚ ਅੱਜ ਕੱਢਿਆ ਜਾ ਰਿਹਾ, ਇਹਦਾ ਜਿਹੜਾ ਮੁੱਖ ਮੁੱਦਾ ਵਾ ਇਹ ਹੈਗਾ ਜੀ ਖਾਲਸਾ ਜੀ ਕਿ ਜਿਹੜਾ 328 ਸਰੂਪਾਂ ਦਾ ਮਾਮਲਾ ਅੱਜ ਸਾਹਮਣੇ ਆਇਆ ਵਾ, ਇਹ 2015 ਦਾ ਜਿਹੜਾ ਮਾਮਲਾ ਇਹ ਹੁਣ ਜਾ ਕੇ ਸਾਹਮਣੇ ਆਇਆ ਵਾ। ਇਹ ਜਿਹੜੇ ਦੋਸ਼ੀਆਂ ਦੇ ਉੱਪਰ ਪਹਿਲਾਂ ਤਾਂ FIR ਨਹੀਂ ਦਰਜ ਕਰਨੇ, ਜਿਹੜੇ ਆਪਣੇ ਬਿਆਨ ਤੋਂ ਮੁੱਕਰ ਰਹੇ ਆ, ਇਹਨਾਂ ਨੇ FIR ਨਹੀਂ ਦਰਜ ਕੀਤੀ। ਦੂਸਰਾ ਇਹਨਾਂ ਨੇ ਜਿਹੜਾ ਇਹ ਵੱਡਾ ਪਾਪ ਕਰ ਦਿੱਤਾ ਹੁਣ ਫੇਰ ਦੁਬਾਰਾ ਜਿਹੜਾ ਬਿਨ ਬੁਲਾਈ ਜਿਹੜੀ ਸ਼੍ਰੋਮਣੀ ਕਮੇਟੀ ਜਿਹੜੀ ਨਵੀਂ ਐਗਜ਼ੈਕਟਿਵ ਆ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਸੱਦੀ ਨਹੀਂ ਗਈ, ਜਾਣ ਬੁੱਝ ਕੇ ਉੱਥੇ ਚਲੀ ਗਈ। ਇਹ ਕਿਹਦੇ ਕਹਿਣ ਤੇ ਗਈ ਆ? ਇਹ ਸਹੀ ਪਹਿਲਾਂ ਤਾਂ ਇਹ ਸਪਸ਼ਟ ਹੋਣਾ ਚਾਹੀਦਾ ਕਿਹਦੇ ਕਹਿਣ ਤੇ ਉੱਥੇ ਚਲ ਗਈ। ਫਿਰ 1 ਮਹੀਨੇ ਦਾ ਇਹਨਾਂ ਨੂੰ ਕਹਿ ਦਿੱਤਾ ਕੋਈ ਪ੍ਰਬੰਧ, ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਕਹਿ ਦਿੱਤਾ ਕਿ ਇਹ ਕੋਈ ਪ੍ਰਬੰਧ ਨਹੀਂ ਕਰੂਗੀ। 1 ਮਹੀਨੇ ਤੱਕ ਅਗਲੇ ਦਿਨ 28 ਤਰੀਕ ਨੂੰ ਅਜਲਾਸ ਆ ਰਿਹਾ ਕਿ ਨਵੀਂ ਕਮੇਟੀ ਆ ਜੇ, ਨਵੇਂ ਤਰੀਕੇ ਦੇ ਨਾਲ ਸਾਰਾ ਕੰਮ ਚੱਲ ਜੇ, ਇਹਨਾਂ ਨੂੰ ਪਿਛਾਂਹ ਕੀਤਾ ਜਾ ਸਕੇ। ਜੇ ਕੋਈ ਕੰਮ ਕਰਨਾ ਪੈ ਜਾਵੇ ਨਵੀਂ ਕਮੇਟੀ ਕਰ ਹੀ ਨਹੀਂ ਸਕਦੀ, ਉਹ ਤਾਂ ਤਨਖਾਹੀਆ ਹੋ ਗਈ। ਕਿਉਂਕਿ ਗੋਬਿੰਦ ਸਿੰਘ ਲੌਂਗੋਵਾਲ ਜਿਹੜਾ ਵਾ ਉਹ ਸਰਸੇ ਸਾਧ ਦਾ ਚੇਲਾ ਹੋ ਕੇ ਉਹ ਪਹਿਲਾਂ ਤਨਖਾਹ ਲਵਾ ਚੁੱਕਾ। ਉਹਨੂੰ ਤੇ ਆਪਣੇ ਜਿਵੇਂ ਇਹਨੇ ਮਹਿਤੇ ਨੇ ਆਪਣਾ ਅਸਤੀਫਾ ਦਿੱਤਾ, ਇਹਨੂੰ ਤਾਂ ਪਹਿਲਾਂ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਇਹ ਤਨਖਾਹੀਆ ਕੰਮ ਨਹੀਂ ਕਰ ਸਕਦਾ। 2 ਵਾਰ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਆ, ਤੇ ਹੁਣ ਲੱਗਦਾ ਹੈ ਕਿ 2 ਵਾਰੀ ਤਨਖਾਹੀਆ ਕਰਾਰ ਦਿੱਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਤਰਾਜ਼ ਸਿੱਖ ਸੰਗਤ ਨੂੰ ਜਿਹੜਾ ਆ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਦੇ ਉੱਤੇ ਆ, ਜਾਂ ਫਿਰ ਇਤਰਾਜ਼ ਇਸ ਗੱਲ ਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜਿੱਦਾਂ ਦਾ ਫੈਸਲਾ ਉਹਨਾਂ ਨੂੰ ਲੈਣਾ ਚਾਹੀਦਾ, ਜੇ ਜਿੱਦਾਂ ਕਿਹਾ ਸੀ ਉਹਨਾਂ ਨੇ ਕਿ ਕਾਰਵਾਈ ਕਰੋ, ਹੁਣ ਉਹ ਆਪਣੀ ਉਸ ਕਹਿ ਤੋਂ ਵੀ ਜਿਹੜਾ ਪਲਟਦੇ ਨਜ਼ਰ ਆ ਰਿਹਾ, ਬਚਾਉਣ ਦੀ ਕੋਸ਼ਿਸ਼ ਕਰ ਰਿਹਾ। ਅਕਾਲ ਤਖਤ ਮਹਾਨ ਆ, ਸਿੱਖ ਪੰਥ ਦੀ ਸ਼ਾਨ ਆ। ਅਕਾਲ ਤਖਤ ਸਾਹਿਬ ਨੂੰ ਸਮੂਹ ਸੰਗਤ ਸਮਰਪਿਤ ਆ, ਪਰ ਇੱਕ ਧੜੇ ਨੂੰ ਸਮਰਪਿਤ ਨਹੀਂ ਗੀ। ਜਿਨ੍ਹਾਂ ਦਾ ਜਥੇਦਾਰ ਲਾਇਆ ਹੋਇਆ ਸਾਨੂੰ ਉੱਤੇ ਸ਼ੱਕ ਵਾ, ਉਹ ਇਹਨਾਂ ਨੂੰ ਬਚਾਉਣ ਦੀ ਅੱਡੋ ਪਾਰਟੀ ਜ਼ੋਰ ਲਾ ਰਿਹਾ। ਉਹ ਇਹਨਾਂ ਨੂੰ ਹਰੇਕ ਤਰੀਕੇ ਦੇ ਨਾਲ ਇਹਨਾਂ ਨੂੰ ਬਚਾਇਆ ਜਾ ਸਕੇ। ਇਹਨਾਂ ਦੋਸ਼ੀਆਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਕੇ
ਇਹਨਾਂ ਨਾਲ ਜੰਬੂਰਾਂ ਦੇ ਨਾਲ ਮਾਸ ਕਿਉਂ ਨਹੀਂ ਖਿੱਚਿਆ ਜਾਂਦਾ ਇਹਨਾਂ ਦੋਸ਼ੀਆਂ ਦਾ? ਇਹਨਾਂ ਪਾਪੀਆਂ ਨੂੰ ਇਹਨਾਂ ਨੂੰ ਕਟਹਿਰੇ ਦੇ ਵਿੱਚ ਲਿਆ ਕਰਕੇ ਸੰਗਤ ਨੂੰ ਇਹਨਾਂ ਫਾਂਸੀ ਲਾਉਣੀ ਚਾਹੀਦੀ, ਇਹਨਾਂ ਨੂੰ ਇਹਨੂੰ ਕੋੜਿਆਂ ਦੀ ਉਹ ਸਜ਼ਾ ਲਾਉਣੀ ਚਾਹੀਦੀ ਜਿਹੜੀ ਅਕਾਲੀ ਫੂਲਾ ਸਿੰਘ ਨੇ ਲਾਈ। ਉਹਦਾ ਜਿਹੜਾ ਫਰਜ਼ ਵਾ ਉਹ ਨਹੀਂ ਨਿਭਾ ਰਿਹਾ। ਇਹਨੂੰ ਖਿਤਾਬ ਤੇ ਅਕਾਲੀ ਫੂਲਾ ਸਿੰਘ ਦਾ ਦੇਈ ਜਾਂਦੇ ਆ, ਪਰ ਇਹਦੇ ਵਿੱਚੋਂ ਕੁਝ ਨਜ਼ਰ ਨਹੀਂ ਆਉਂਦਾ ਦਿਖ ਰਿਹਾ। ਸਭ ਤੋਂ ਵੱਡੀ ਗੱਲ ਜਿਹੜੇ 328 ਸਰੂਪਾਂ ਦਾ ਹਜੇ ਤੱਕ ਲਾਪਤਾ, ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਕਿੱਧਰ ਨੂੰ ਗਏ ਆ। ਜਿਹੜੀ ਰਿਪੋਰਟ ਆ ਉਹਦੇ ਵਿੱਚ ਵੀ ਸ਼ੱਕ ਦੇ ਕਰੇ ਜਾਂ ਇਹਨਾਂ ਹਜੇ ਤੱਕ ਰਿਪੋਰਟ ਜਨਤਕ ਨਹੀਂ ਕੀਤੀ, ਜਿਹੜੀ 1000 ਤੋਂ ਉੱਪਰ ਸਫੇ ਦੀ ਆ। ਇਹਨਾਂ ਨੇ 10 ਪੰਨੇ ਸਿਰਫ ਜਨਤਕ ਕੀਤੇ, ਉਹ ਕਿਉਂ ਨਹੀਂ ਕੀਤੇ ਜਾ ਰਹੇ? ਹਰੇਕ ਰਿਪੋਰਟ ਦੇ ਉੱਤੇ ਜਿਹੜੀ ਮੈਂਬਰਾਂ ਦੇ ਸਾਈਨ ਹੁੰਦੇ ਆ, ਜਿਹੜੀ ਇਹ ਜਨਤਕ ਕਰ ਰਹੇ ਉਹਦੇ ਉੱਤੇ ਸਾਈਨ ਕੋਈ ਨਹੀਂ ਹੈਗੀ। ਸਭ ਤੋਂ ਵੱਡੀ ਜਿਹੜੀ ਤੱਥ ਵਾਲੀਆਂ ਗੱਲਾਂ ਵਾ ਇਹ ਵਾ ਕਿ ਇਹ ਜਿਹੜਾ ਸਾਰਾ ਕੁਝ ਇਹ ਬਣਿਆ ਬਣਾਇਆ ਇਹ ਕੀ ਕਰ ਰਹੇ ਆ? ਇਹ ਸੰਗਤ ਦੇ ਸਾਹਮਣੇ ਲਿਆਉਣ, ਦੋਸ਼ੀਆਂ ਨੂੰ ਇੱਕ 450 ਸਰੂਪ ਜਿਹੜਾ ਕੈਨੇਡਾ ਭੇਜਿਆ ਉਹਦਾ ਵੀ ਜਿਹੜਾ ਸਾਹਮਣੇ ਲਿਆਉਣ, ਉਹ ਕਿਹੜੇ ਦੋਸ਼ੀ ਆ, ਕਿੰਨੇ ਭੇਜਿਆ, ਕਿਹਦੇ ਕਹਿਣ ਤੇ ਭੇਜਿਆ। ਬੱਸ ਉੱਥੇ ਵੱਜੀ ਦਿਖਾਈ ਜਾ ਰਹੀ ਆ, ਬੱਸ ਸਹੀ ਸਲਾਮਤ ਵੇਚੀ ਜਾ ਰਹੀ। ਆਸਟ੍ਰੇਲੀਆ ਦਾ ਬੰਦਾ ਖਰੀਦ ਰਿਹਾ ਤੇ ਕੈਨੇਡਾ ਦੇ ਵਿੱਚ ਬੰਦਾ ਕੈਨੇਡਾ ਦੇ ਵਿੱਚ ਬੱਸ ਵਿਕ ਰਹੀ। ਇਹ ਸਾਰਾ ਮਾਮਲਾ ਸ਼ੱਕ ਦੇ ਘੇਰੇ ਦੇ ਵਿੱਚ ਆ। ਇਹ ਜਿਹੜੀ ਕਮੇਟੀ ਆ ਆਪ ਹੀ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ। ਇਹ ਇੱਕ ਜਿਹੜਾ ਪਰਿਵਾਰ ਵਾ ਉਹਨੂੰ ਬਚਾਉਣ ਦੇ ਲਈ ਸਾਰਾ ਹੀ ਦਲ ਲੱਗਾ ਪਿਆ, ਸਾਰਾ ਮੀਡੀਆ ਲੱਗਾ ਪਿਆ। ਇਹਨਾਂ ਦਾ ਆਪਦਾ ਜਿਹੜਾ ਚੈਨਲ ਆ ਹਰੇਕ ਥਾਂ ਤੋਂ, ਜੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਅਧਿਕਾਰੀ ਆ ਉਹ ਤੇ ਬਿਆਨ ਨਹੀਂ ਦਿੰਦੇ। ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉੱਥੋਂ ਚੰਡੀਗੜ੍ਹ ਬੈਠਾ ਦਫ਼ਤਰ ਦੇ ਵਿੱਚੋਂ ਹੀ ਆਪਦੇ ਬਿਆਨ ਦਾਗੀ ਜਾਣਦੇ ਆ। ਇਹਨਾਂ ਦੇ ਕੋਲ ਹੈ ਨਹੀਂ, ਇਹਨਾਂ ਦੀਆਂ ਜ਼ਬਾਨਾਂ ਬੰਦ। ਕਿਉਂ ਨਹੀਂ ਜ਼ਬਾਨ ਆਪਦੀ ਖੋਲ ਰਹੇ? ਕਿਉਂ ਨਹੀਂ ਦੱਸਣ ਦੇ ਸੰਗਤਾਂ ਨੂੰ? ਇੱਕ FIR ਦੀ ਮੰਗ ਕਰਨ ਦੀ ਸੰਗਤ, ਉਹ ਕੀ ਆ ਇਹਦੇ ਵਿੱਚ ਕੀ ਮਾੜਾ? FIR ਦਰਜ ਕਿਉਂ ਨਹੀਂ ਕਰਾਉਣ ਦੇ? ਇਹ ਸਾਰਿਆਂ ਤੋਂ ਵੱਡਾ ਸਵਾਲ ਹੈ ਇਹਨਾਂ ਦੇ ਉੱਪਰ। ਇਹ ਵੱਡਾ ਸਵਾਲ ਹੈ। ਇਹਦੇ ਨਾਲ ਇੱਕ ਚੀਜ਼ ਹੋਰ ਵੀ ਹੈ, ਲੱਗਦਾ ਕਿ ਪਹਿਲਾਂ ਤਾਂ ਸਿੱਖ ਸੰਗਤ ਵੈਸੇ ਗਈ ਸੀਗੀ ਕਿ ਚਲੋ ਸਾਨੂੰ ਹਿਸਾਬ ਕਿਤਾਬ ਦਿਓ, ਸਾਨੂੰ ਦੱਸੋ ਕਿ ਕੀ ਕਾਰਵਾਈ ਹੋਈ, ਕੀ ਕਾਰਵਾਈ ਨਹੀਂ ਹੋਈ। ਪਰ ਜੋ ਕੁਝ ਟਾਸਕ ਫੋਰਸ ਨੇ ਕੀਤਾ ਉਹਦੇ ਤੋਂ ਬਾਅਦ ਜਿਹੜਾ ਸਿੱਖ ਸੰਗਤ ਦੇ ਵਿੱਚ ਰੋਸ ਵਧਿਆ, ਦਲਾਂ ਦੇ ਦਲ ਜਿਹੜੇ ਆ ਜਾ ਰਹੇ ਆ, ਜਥੇ ਇਕੱਠੇ ਹੋ ਕੇ ਜਾ ਰਹੇ ਆ ਤੇ ਉਹ ਲਗਾਤਾਰਤਾ ਬਣ ਗਈ ਆ। ਉਹ ਮਾਹੌਲ ਭਖ ਗਿਆ ਇੱਕ ਤਰੀਕੇ ਨਾਲ, ਔਰ ਉਸ ਮਾਹੌਲ ਦੇ ਵਿੱਚ ਜਿਹੜਾ ਹੁਣ ਜਵਾਬ ਦੇਣਾ ਵੀ ਮੁਸ਼ਕਲ ਹੋ ਰਿਹਾ ਸ਼੍ਰੋਮਣੀ ਕਮੇਟੀ ਨੂੰ ਤੇ ਹੁਣ ਖੜਨਾ ਵੀ ਮੁਸ਼ਕਲ ਹੁੰਦਾ ਜਾ ਰਿਹਾ। ਹੁਣ ਜਦੋਂ ਸੰਗਤਾਂ ਇਹਨਾਂ ਕੋਲ ਜਵਾਬ ਮੰਗਣ ਗਈਆਂ, ਇਹਨਾਂ ਨੇ ਅੱਗੋਂ ਜਵਾਬ ਤੇ ਕੀ ਦੇਣਾ? ਇਹਨਾਂ ਨੇ ਆਇਓ ਭਗਤ ਹੀ ਕਰਨੇ, ਉਹ ਤੋਂ ਡਾਂਗਾ ਭਰਾਉਣੀਆਂ ਸ਼ੁਰੂ ਕਰ ਦਿੱਤੀਆਂ। ਸਿੱਖਾਂ ਦੀਆਂ ਪੱਗਾਂ ਲਾਈਆਂ ਗਈਆਂ, ਪੱਗਾਂ ਰੋਲੀਆਂ ਗਈਆਂ। ਨਰੈਣੂ ਮਹੰਤ ਤੋਂ ਵੀ ਇਹ ਟੱਪ ਗਏ। ਅੱਜ ਇਹਨਾਂ ਨੇ ਉਹਨੂੰ ਵੀ ਮਾਤ ਪਾ ਦਿੱਤੀ, ਉਹਨੇ ਵੀ ਗੋਲੀਆਂ ਮਾਰੀਆਂ ਸੀ, ਡਾਂਗਾ ਭਰਾਈਆਂ ਸੀ। ਭਾਈ ਲਛਮਣ ਸਿੰਘ ਧਾਰੋਵਾਲੀ ਨੇ ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਸੀ। ਅਸੀਂ ਵੀ ਜਬਰ ਦਾ ਮੁਕਾਬਲਾ ਸਬਰ ਨਾਲ ਕਰ ਰਹੇ ਹਾਂ। ਅਸੀਂ ਉਸ ਮੋਰਚੇ ਨੂੰ ਪੂਰਨ ਤੌਰ ਤੇ ਸੁਲਤਾਨਪੁਰ ਲੋਧੀ ਦੀ ਜਿਹੜੀ ਸੰਗਤ ਆ ਉਹ ਪੂਰਨ ਤੌਰ ਤੇ ਉਹਨੂੰ ਹਮਾਇਤ ਦਿੰਦੀ ਆ, ਉਹਨਾਂ ਦੇ ਨਾਲ ਖਲੋਤੀ ਆ। ਤੇ ਅਹੁਦੇਦਾਰਾਂ ਨੂੰ ਵੀ ਇਹ ਗੱਲ ਵਾ ਕਿ ਹੁਣ ਮੋਰਚਾ ਬਾਰ-ਬਾਰ ਮੋਰਚੇ ਨਹੀਂ ਲੱਗਦੇ, ਇਸ ਦੇ ਉੱਤੇ ਖੜੋ, ਪਹਿਰਾ ਦਿਓ। ਜਿਹੜਾ ਵੀ ਆਗੂ ਕਿਤੇ 1 ਇੰਚ ਵੀ ਪਿਛਾਂਹ ਹਟੂਗਾ, ਸੰਗਤ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ੂਗੀ, ਬਿਲਕੁਲ ਨਹੀਂ ਬਖਸ਼ੇਗੀ। ਆਪਾਂ ਸਿੰਘ ਸਾਹਿਬ ਤੁਹਾਡੇ ਨਾਲ ਗੱਲ ਕਰਦੇ ਹਾਂ, ਗੁਰਸਿੱਖ ਹੋ ਤੁਸੀਂ, ਔਰ ਜਦੋਂ ਦਰਬਾਰ ਸਾਹਿਬ ਦੀ ਨੀਂਹ ਰੱਖੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਦੀ ਉਸਾਰੀ ਹੁੰਦੀ ਹੈ ਤੇ 4 ਦਰਵਾਜ਼ੇ ਬਣਾਏ ਜਾਂਦੇ ਆ ਕਿ 4 ਦਿਸ਼ਾਵਾਂ ਤੋਂ ਕੋਈ ਵੀ ਆ ਸਕਦਾ, ਕਿਸੇ ਲਈ ਦੁਆਰ ਬੰਦ ਨਹੀਂ ਹੋਣਗੇ, ਕਿਸੇ ਵੀ ਵਰਣ ਦਾ, ਕਿਸੇ ਵੀ ਰੰਗ ਨਸਲ ਭੇਦ ਦਾ ਇਦਾਂ ਦਾ ਕੁਝ ਨਹੀਂ ਰੱਖਿਆ ਜਾਏਗਾ, ਕੋਈ ਵੀ ਆ ਸਕਦਾ। ਪਰ ਹੁਣ ਜਦੋਂ ਹਿਸਾਬ ਕਿਤਾਬ ਮੰਗਣ ਦੀ ਵਾਰੀ ਆਉਂਦੀ ਹੈ ਤੇ ਦਰਵਾਜ਼ੇ ਬੀੜ ਦਿੱਤੇ ਜਾਂਦੇ ਆ, ਉਹ ਬਾਂਸ ਗੱਡ ਕੇ ਜਿਹੜਾ ਆ ਉਹ ਰਾਹ ਬੰਦ ਕਰ ਦਿੱਤੇ ਜਾਂਦੇ ਕਿ ਕੋਈ ਆ ਨਾ ਜਾਵੇ, ਲੰਘ ਨਾ ਆਵੇ। ਲੱਗਦਾ ਨਹੀਂ ਹੈ ਕਿ ਇਹਦੇ ਨਾਲ ਸਿੱਖੀ ਸਿਧਾਂਤਾਂ ਦਾ ਵੀ ਘਾਣ ਕੀਤਾ ਜਾ ਰਿਹਾ ਦਰਬਾਰ ਸਾਹਿਬ ਵਿਖੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਇਹ ਆਪਣੀਆਂ ਕੁੱਲਾਂ ਦਾ ਨਾਸ ਕਰ ਰਿਹਾ, ਦਰਵਾਜ਼ੇ ਨਹੀਂ ਬੰਦ ਕਰ ਰਿਹਾ, ਇਹ ਕੁੱਲਾਂ ਦਾ ਨਾਸ ਕਰ ਰਿਹਾ ਹੈ। ਗੁਰੂ ਹਰਗੋਬਿੰਦ ਸਿੰਘ ਸੱਚੇ ਪਾਤਸ਼ਾਹ, ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਦਰਬਾਰ ਇਹਨਾਂ ਨੇ ਬੰਦ ਕੀਤਾ। ਪਹਿਲਾਂ ਤੇ ਆਪਾਂ ਕਹਿੰਦੇ ਸੀਗੇ ਕਿ ਨਨਕਾਣਾ ਸਾਹਿਬ ਤੋਂ ਵਿਛੋੜਿਆ ਗਿਆ, ਇਦਾਂ ਕਰਕੇ ਭਾਈ ਖੋਸਾ ਜੀ ਨੇ ਉਹਨੇ ਅਰਦਾਸ ਵਿੱਚ ਵੀ ਇਹ ਗੱਲ ਕਹੀ ਸੀ ਕਿ ਸਾਨੂੰ ਸੰਗਤ ਨੂੰ ਜਿਹੜਾ ਮੱਥਾ ਵੀ ਟੇਕਣ ਨਹੀਂ ਦਿੱਤਾ ਜਾ ਰਿਹਾ, ਸੱਚੇ ਪਾਤਸ਼ਾਹ ਸਾਨੂੰ ਖੁੱਲ੍ਹੇ ਦਰਸ਼ਨ ਦਾਰੇ ਬਖਸ਼ੇ ਜਾਣ। ਠੀਕ ਹੈ ਜੀ। ਇਹਨਾਂ ਮਸੰਦਾਂ ਤੋਂ ਅਸੀਂ ਅੱਜ ਹਿਸਾਬ ਲੈਣ ਜਾ ਰਹੇ ਹਾਂ। 328 ਸਰੂਪਾਂ ਦਾ 450 ਸਰੂਪ ਦਾ ਗੁਰੂ ਸਾਹਿਬ ਕਿਰਪਾ ਕਰਨ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਚਰਨਾਂ 'ਚ ਚੱਲੇ ਹਾਂ। ਸਾਰੀ ਸਿੱਖ ਸੰਗਤ ਇਹਨਾਂ ਕੋਲ ਹਿਸਾਬ ਲੈਣ ਜਾ ਰਹੀ ਹੈ। ਗੁਰੂ ਨਾਨਕ ਸਾਹਿਬ ਦੀ ਨਗਰੀ ਸੁਲਤਾਨਪੁਰ ਲੋਧੀ ਤੋਂ ਜਾ ਰਹੇ ਹਾਂ। ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਸਾਹਮਣੇ ਜੋ ਧਰਨਾ ਲੱਗਿਆ ਉੱਥੇ ਤੱਕ ਅਸੀਂ ਸਾਰੇ ਸਿੰਘ ਜਾ ਰਹੇ ਹਾਂ। ਕੋਈ ਵੀ ਸਾਡਾ ਮੰਨ ਲਓ ਕੋਈ ਕਿਸੇ ਨਾਲ ਕੋਈ ਉਹ ਵੈਰ ਵਿਰੋਧ ਨਹੀਂ ਆ, ਕੁਛ ਨਹੀਂ ਆ। ਅੱਗੇ ਵੀ ਸਿੱਖਿਆ, ਅਸੀਂ ਵੀ ਸਿੱਖਿਆ। ਠੀਕ ਆ, ਅਸੀਂ ਕਿਸੇ ਨੂੰ ਹੱਥ ਪਾਵਾਂਗੇ ਤੇ ਪੱਗ ਸਾਡੀ ਆ। ਠੀਕ ਆ ਜੀ, ਨਹੀਂ ਅਸੀਂ ਕੁਛ ਨਹੀਂ, ਅਸੀਂ ਬੜਾ ਸ਼ਾਂਤਮਈ ਸਾਡਾ ਧਰਨਾ ਉੱਥੇ ਚੱਲ ਰਿਹਾ ਤੇ ਸ਼ਾਂਤਮਈ ਅਸੀਂ ਇੱਥੋਂ ਜਾ ਰਹੇ ਹਾਂ। ਤੁਸੀਂ ਸ਼ਾਂਤਮਈ ਜਾ ਰਹੇ ਹੋ, ਪਰ ਅੱਗਿਓਂ ਜੋ ਕੁਝ ਹੋ ਰਿਹਾ ਉਹ ਲੱਗਦਾ ਕਿ ਉਹ ਤੁਹਾਡੀ ਸ਼ਾਂਤੀ ਦਾ, ਤੁਹਾਡੇ ਸਬਰ ਦਾ ਜਿਹੜਾ ਪ੍ਰਤਿਆਇ ਲਿਆ ਜਾ ਰਿਹਾ, ਜਾਂ ਫਿਰ ਤੁਹਾਡੇ ਸਬਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਐਡੇ ਵੀ ਮੰਨ ਲਓ ਸਿੱਖ ਕੋਲੇ ਨਹੀਂ ਹੈ, ਗੁਰੂ ਦੀ ਕਿਰਪਾ ਹੈ। ਜੇ ਅੱਗੇ ਚਲੋ ਇਹਨਾਂ ਨੇ ਪੱਗਾਂ ਵੀ ਲਾਈਆਂ, ਦਮਾਲੇ ਫਰਲੇ ਸਿੰਘਾਂ ਦੇ ਲਾਏ ਆ, ਤੇ ਐਡੀ ਵੀ ਕੋਈ ਗੱਲ ਨਹੀਂ ਹੈਗੀ। ਅਸੀਂ ਇਹਨਾਂ ਦਾ ਵਿਰੋਧ ਵੀ ਕਰਾਂਗੇ ਡਟ ਕੇ, ਜੋ ਵੀ ਆ। ਜੇ ਸਾਨੂੰ ਕੁਝ ਵੀ ਕਰਨਾ ਪਿਆ ਗੁਰੂ ਸਾਹਿਬ ਦੀ ਖਾਤਰ ਅਸੀਂ ਕਰਾਂਗੇ। ਨਾਮ ਦੱਸ ਦਿਓ ਆਪਣਾ ਇੱਕ ਵਾਰੀ। ਗੁਰਮੀਤ ਸਿੰਘ ਸੋਢੀ, ਕਬੀਰਪੁਰ।
ਗੁਰਮੀਤ ਸਿੰਘ ਸੋਢੀ ਜੀ, ਬਹੁਤ ਸਾਰੀਆਂ ਚੀਜ਼ਾਂ ਹੋ ਵਾਪਰ ਰਹੀਆਂ ਨੇ। ਸੰਘਰਸ਼ ਲਗਾਤਾਰ ਜਿਹੜਾ ਉਹ ਚੱਲਦਾ ਪਿਆ ਆ। ਧਰਨਾ ਉੱਥੇ ਲੱਗਾ ਹੋਇਆ, ਮੋਰਚਾ ਲੱਗਾ ਹੋਇਆ ਪੱਕੇ ਰੂਪ ਦੇ ਵਿੱਚ। ਜੇ ਤਾਂ ਕੋਈ ਸਿਆਸੀ ਬੰਦਾ ਆਣ ਕੇ ਕਹਿੰਦਾ ਕਿ ਸਾਨੂੰ ਲੇਖਾ ਜੋਖਾ ਦਿੱਤਾ ਜਾਵੇ ਤੇ ਮੰਨਿਆ ਜਾ ਸਕਦਾ ਸੀਗਾ ਕਿ ਇਹ ਸਿਆਸਤ ਕੀਤੀ ਜਾ ਰਹੀ ਹੈ ਤੇ ਇਹਦੀ ਕੋਈ ਥਾਂ ਨਹੀਂ ਆ। ਪਰ ਹੁਣ ਤਾਂ ਉਹੀ ਗੁਰੂ ਦਾ ਸਿੱਖ ਜਿਹੜਾ ਦਸਵੰਧ ਕੱਢਦਾ ਆ, ਗੁਰੂ ਦੇ ਦੀਵਾਰ ਦੇ ਉੱਤੇ ਚੜਾਉਂਦਾ ਹੈ ਤੇ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੁੰਦਾ ਆ। ਇੱਥੇ ਤਾਂ ਪਤਾ ਲੱਗਾ ਕਿ ਉਹ ਜਿਹੜੇ ਅਧਿਕਾਰੀ ਸੀਗੇ ਉਹ ਗੁਰੂ ਦੀ ਗੋਲਕ ਨੂੰ ਆਪਣੀਆਂ ਜੇਬਾਂ 'ਚ ਪਾਉਣਾ ਸ਼ੁਰੂ ਕਰ ਦਿੱਤਾ, ਕਿਉਂਕਿ ਜੇ ਸਰੂਪ ਗਏ ਆ ਉਹਨਾਂ ਦਾ ਕੋਈ ਲੇਖਾ ਜੋਖਾ ਨਹੀਂ, ਉਹਨਾਂ ਦੀ ਭੇਟਾ ਜਿਹੜੀ ਲਈ ਹੈ ਉਹ ਫਿਰ ਅਧਿਕਾਰੀਆਂ ਦੀਆਂ ਜੇਬਾਂ 'ਚ ਗਈਆਂ ਹੋਣਗੀਆਂ। ਇੱਥੇ ਕੱਚਾ ਕੂੜਾ ਰਵੱਈਆ ਕਾਹਤੋਂ ਅਖਤਿਆਰ ਕੀਤਾ ਜਾ ਰਿਹਾ ਉਹਨਾਂ ਅਧਿਕਾਰੀਆਂ ਲਈ? ਵੱਡਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਛੋਟੇ ਦੋ ਚਾਰਾਂ ਨੂੰ ਜਿਹੜਾ ਉਹ ਟੰਗ ਕੇ ਸਿਰਫ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਹੁਣਾਂ ਨੇ ਜਿੱਦਾਂ ਦੱਸਿਆ ਕਿ ਰੋਸ ਬਿਲਕੁਲ ਜਿਹੜੀ ਤਾਂ ਸਿਆਸੀ ਧਿਰ ਦੀ ਗੱਲ ਆ। ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕੁੱਲ ਲਕਾਈ ਦੇ ਗੁਰੂ ਆ। ਬਿਲਕੁਲ। ਭਾਵੇਂ ਕੋਈ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਆ, ਪਰ ਜਦ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮਸਲੇ ਆ ਜਾਂਦੇ ਨੇ, ਬੇਅਦਬੀਆਂ ਦੇ ਮਸਲੇ ਆ ਜਾਂਦੇ ਨੇ, ਮਹਾਰਾਜ ਦੇ ਸਰੂਪਾਂ ਦੇ ਮਸਲੇ ਆ ਜਾਂਦੇ ਆ ਨਾ, ਫਿਰ ਕੋਈ ਸਿਆਸੀ ਧਿਰ ਨਹੀਂ ਰਹਿ ਸਕਦੀ। ਆਮ ਪਹਿਲਾਂ ਗੁਰਸਿੱਖ ਹੈ, ਮੁੜ ਕੇ ਪਾਰਟੀਬਾਜ਼ੀ ਵਾਲਾ। ਕੋਈ ਵੀ ਸਿਆਸੀ ਜੇ ਉਹ ਪੰਜਾਬ ਦੇ ਅੰਦਰ ਆ ਤਾਂ ਉਹ ਗੁਰਸਿੱਖ ਆ, ਉਹ ਵੀ ਜਾ ਕੇ ਇਸ ਗੱਲ ਨੂੰ ਮੰਨ ਸਕਦਾ, ਕਿਉਂਕਿ ਜਿਹੜੀ ਸ਼੍ਰੋਮਣੀ ਕਮੇਟੀ ਸਾਡੀ ਸ਼ਹੀਦਾਂ ਦੀ ਕਮੇਟੀ ਹੈ, ਨਾ ਕਿ ਇਹਨਾਂ ਨਰੈਣੂ ਮਹੰਤਾਂ ਦੀ ਕਮੇਟੀ ਆ। ਇਹ ਸ਼੍ਰੋਮਣੀ ਕਮੇਟੀ 1920 ਦੇ ਵਿੱਚ ਅਸੀਂ ਹੋਂਦ 'ਚ ਲਿਆਂਦੀ, ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ। ਇਹ ਨਰੈਣੂ ਮਹੰਤਾਂ ਤੋਂ ਖੋਈ ਗਈ ਸੀ, ਉਹਨਾਂ ਦਾ ਰਵੱਈਆ ਵੀ ਇਹ ਸੀ ਤੇ ਅੱਜ ਉਹੀ ਹਾਲ ਹੋਇਆ। ਅਸੀਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਿਉਂ ਕਰ ਰਹੇ ਹਾਂ? ਕਿਉਂਕਿ ਅੱਜ ਤੇ ਅਸੀਂ ਕੱਲ੍ਹ ਨੂੰ ਤਾਂ ਲੜਦੇ ਸੀ ਕਿਸੇ ਸਰਸੇ ਵਾਲੇ ਸੌਦੇ ਵਾਲੇ ਨਾਲ, ਕਦੇ ਬੇਅਦਬੀ ਨਾਲ ਅਸੀਂ ਲੜਦੇ ਸੀ ਕਿਸੇ ਹੋਰ ਵਜ਼ੀਰਾਂ ਨਾਲ ਵੀ ਇਹ ਬੇਅਦਬੀ ਕਰਾਉਂਦੇ ਆ, ਪਰ ਅੱਜ ਅਸੀਂ ਆਪ ਨੀਵੇਂ ਆ, ਆਪ ਸ਼ਰਮਿੰਦਾ ਵਾਂ ਵੀ ਸਾਡੀ ਸਰਮੌਰ ਪਾਰਲੀਮੈਂਟ ਕਹਿਣ ਵਾਲੀ ਸ਼੍ਰੋਮਣੀ ਕਮੇਟੀ ਜਿਸ ਨੇ 328 ਸਰੂਪਾਂ ਨੂੰ ਲਾਪਤਾ ਹੀ ਕਰ ਦਿੱਤਾ, ਗੁੰਮ ਹੀ ਕਰ ਦਿੱਤਾ, ਮਤਲਬ ਕਿ ਬੇਅਦਬੀ ਕਰ ਦਿੱਤੀ ਗਈ। 450 ਸਰੂਪ ਕੈਨੇਡਾ ਵਿੱਚ ਭੇਜ ਕੇ ਬੇਅਦਬੀ ਕਰ ਦਿੱਤੇ ਗਏ। ਅੱਜ ਅਸੀਂ ਆਪ ਸ਼ਰਮਿੰਦੇ ਹਾਂ ਵੀ ਸਾਨੂੰ ਇਹਨਾਂ ਖਿਲਾਫ ਲੜਨ ਜਾਣਾ ਪੈਂਦਾ ਜਿਹੜੇ ਅਸੀਂ ਨਰੈਣੂ ਮਹੰਤ ਤੋਂ ਬਾਅਦਾ ਚੁਣੇ ਸੀ। ਇਹਨਾਂ ਨੇ ਜੇ ਸਿੱਖ ਸੰਗਤ ਉੱਥੇ ਗਈ ਹੈ ਹਿਸਾਬ ਲੈਣ, ਸਾਡਾ ਫਰਜ਼ ਨਹੀਂ ਬਣਦਾ? ਸ਼੍ਰੋਮਣੀ ਕਮੇਟੀ ਆ ਸਾਡਾ, ਇਹ ਨਾਮ ਗੁਰੂ ਨਾਨਕ ਨੇਵਾਲ ਨਾਮ ਜਿਹੜੀ ਸੰਗਤ ਹੈ ਇਸ ਵੇਲੇ ਜਾ ਰਹੀ ਆ ਨੌਜਵਾਨੀ ਆ, ਨੌਜਵਾਨੀ ਅੱਜ ਪੀੜਾ ਲੈ ਕੇ ਚੱਲੀ ਆ। ਨਹੀਂ ਤਾਂ ਲੋੜ ਨਹੀਂ ਸਾਨੂੰ ਦਰਬਾਰ ਸਾਹਿਬ ਲਈ ਰੋਸ ਪ੍ਰਦਰਸ਼ਨ ਨਹੀਂ ਅਸੀਂ ਕਰ ਸਕਦੇ, ਕਿਉਂਕਿ ਜੇ ਮੱਕਿਓ ਪਰਾਂ ਮੁਸਲਮਾਨ ਲਈ ਜਾੜ ਆ ਤੇ ਦਰਬਾਰ ਸਾਹਿਬ ਤੋਂ ਪਰਾਂ ਇੱਕ ਗੁਰਸਿੱਖ ਲਈ ਜਾੜ ਆ, ਤੇ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਪਿੱਛੇ ਵੀ ਸਾਡੇ ਲਈ ਸਭ ਕੁਝ ਅੱਗੇ ਜਾੜ ਹੀ ਜਾੜ ਆ ਜੇ ਅਸੀਂ ਉਹ ਤੋਂ ਬਾਗੀ ਹੁੰਨੇ ਆ। ਪਰ ਇਹਨਾਂ ਦਾ ਉਦਣ ਜਿਹੜਾ ਰਵੱਈਆ ਅਸੀਂ ਦੇਖਿਆ ਵੀ ਜਿਹੜਾ ਉਹਨਾਂ ਤੋਂ ਹਿਸਾਬ ਲੈਣ ਗਏ ਆ ਬੈਠ ਕੇ, ਸਾਡਾ ਫਰਜ਼ ਬਣਦਾ ਅਸੀਂ ਉੱਥੇ ਸ਼ਾਂਤਮਈ ਬੈਠੇ ਆ, ਭਾਵੇਂ ਗੁਰਸਿੱਖ ਕੋਈ ਜਥੇਬੰਦੀਆਂ ਬੈਠੀਆਂ, ਇਹਨਾਂ ਨੇ ਉਹ ਰਵੱਈਆ ਨਹੀਂ ਵਿਖਾਇਆ ਜਿਹੜਾ ਇਹਨਾਂ ਨੂੰ ਵਿਖਾਉਣਾ ਚਾਹੀਦਾ ਸੀ। ਇਹਨਾਂ ਡਾਂਗਾ ਮਾਰੀਆਂ, ਇਹਨਾਂ ਮੀਡੀਆ ਦੀ ਸੱਚ ਦੀ ਆਵਾਜ਼ ਨੂੰ ਉਹਨਾਂ ਦੇ ਵੀ ਕੈਮਰੇ ਖੋਏ, ਇਹਨਾਂ ਕੰਧਾਂ ਕਰਤੀਆਂ, ਇਹਨਾਂ ਜਿੰਦੇ ਲਾਤੇ। ਮੰਜੀ ਸਾਹਿਬ ਦੇ ਦੀਵਾਨ ਹਾਲ ਨੂੰ ਜਿੰਦੇ ਲਾਏ ਰਸਤੇ ਬੰਦ। ਇਹ ਕੀ ਨਰੈਣੂ ਮਹੰਤ ਤੋਂ ਘੱਟ ਨੇ? ਫਿਰ ਉਸ ਤੋਂ ਬਾਅਦ ਅਸੀਂ ਰੋਜ਼ ਪ੍ਰਦਰਸ਼ਨ ਸਾਡੇ ਉੱਥੇ ਕਰਦੇ ਆ। ਸਰ ਸਿੱਖਾਂ ਦੀ ਨਜ਼ਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਟਿਕੀ ਹੈ, ਕਿਉਂਕਿ ਅਕਾਲ ਤਖਤ ਸਾਹਿਬ ਹੀ ਇੱਕ ਸੁਪਰੀਮ ਸਾਡੀ ਪਾਵਰ ਆ। ਅੱਜ ਅਸੀਂ ਅਕਾਲ ਤਖਤ ਦੇ ਜਹੇਦਾਰ ਹਰਪ੍ਰੀਤ ਸਿੰਘ ਬੈਠੇ ਆ, ਉਹਨਾਂ ਦੇ ਵਿੱਚ ਅਕਾਲੀ ਫੂਲਾ ਸਿੰਘ ਵਾਲਾ ਰੋਲ ਵੇਖਣ ਲੱਗ ਪਏ ਸੀ ਵੀ ਸ਼ਾਇਦ ਇੱਥੇ ਸਟੈਂਡ ਲੈਣਗੇ। ਪਰ ਬਹੁਤ ਹੈਰਾਨਗੀ ਹੋਈ ਜਦ ਉਹਨਾਂ ਨੇ ਕਹਿ ਵੀ ਦਿੱਤਾ ਵੀ ਇਹ ਬਹੁਤ ਵੱਡੀ ਕ੍ਰੀਤੀ ਕੀਤੀ ਇਹਨਾਂ ਨੇ, ਪਰ ਉਹਨਾਂ ਦੀਆਂ ਸਜ਼ਾਵਾਂ ਕੀ ਆ? ਸਹਿਜ ਪਾਠ ਕਰਨਾ ਸਿੱਖ ਲਈ ਸਜ਼ਾ ਨਹੀਂ ਆ, ਗੁਰੂ ਘਰ ਜਾ ਕੇ ਭਾਂਡੇ ਮਾਂਜਣੇ ਸਿੱਖ ਲਈ ਸਜ਼ਾ ਨਹੀਂ ਆ, ਤੇ ਨਾ ਝਾੜੂ ਲਾਉਣਾ ਕੋਈ ਸਿੱਖ ਲਈ ਸਜ਼ਾ ਵਾ। ਸਿੱਖ ਦੀ ਇਹ ਸਜ਼ਾ ਨਹੀਂ। ਅਕਾਲੀ ਫੂਲਾ ਸਿੰਘ ਨੇ ਕੋੜੇ ਮਾਰੇ ਸੀ, ਤੇ ਜੇ ਉਹ ਹੁੰਦੇ ਜਹੇਦਾਰ ਇਹਨਾਂ ਨੂੰ ਮਾਰ-ਮਾਰ ਕੋੜੇ ਦਰਬਾਰ ਸਾਹਿਬ ਦੀ ਹਦੂਦ ਤੋਂ ਬਾਹਰ ਕੱਢ ਦਿੰਦੇ। ਤੁਸੀਂ ਕਹਿੰਦੇ ਕਿ ਕੋੜੇ ਮਾਰੇ ਜਾਣੇ ਚਾਹੀਦੇ ਸੀ। ਹੋਇਆ ਤਾਂ ਇਹ ਆ, ਪਤਾ ਲੱਗਾ ਕਿ 36 ਦੇ ਕਰੀਬ ਜਿਹੜੇ ਆ ਉਸ ਰਿਪੋਰਟ ਦੇ ਵਿੱਚ ਦੋਸ਼ੀ ਮਿਥੇ ਗਏ ਆ, ਤੇ 36 ਦੇ ਵਿੱਚੋਂ 16 ਕੁ ਜਿਹਦਾ ਨਾਮ ਲਿਆ ਕੇ ਕਰ ਦਿੱਤਾ ਗਿਆ ਕਿ ਇਹ ਦੋਸ਼ੀ ਅਸਲ, ਤੇ 20 ਨੂੰ ਉਦੋਂ ਹੀ ਰਫਾ ਦਫਾ ਕਰ ਦਿੱਤਾ ਗਿਆ। ਅਸੀਂ ਤਾਂ ਇਹ ਪੁਰਾਤਨ ਸਜ਼ਾ ਦੱਸਦੇ ਆ ਨਾ ਜਿਹੜੀ ਕਾਲੀ ਫੂਲਾ ਸਿੰਘ ਨੇ ਕੀਤੀ, ਪਰ ਅਸੀਂ ਹੁਣ ਇਹ ਮੰਗ ਨਹੀਂ ਕਰਦੇ। ਅਸੀਂ ਕਹਿੰਦੇ ਇਹਨਾਂ ਤੇ ਦੁਨਿਆਵੀ ਪਰਚਾ ਦਰਜ ਹੋਵੇ, ਕਿਉਂਕਿ ਸੁਪਰੀਮ ਕੋਰਟ ਦੀ ਵੀ ਸਟੇਟਮੈਂਟ ਆ। ਅਸੀਂ ਸਾਡਾ ਗੁਰੂ ਤਾਂ ਜਿੰਦਾ, ਅਸੀਂ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਾਲ ਪੁਰਖੀ ਰੂਪ ਆ, ਧੁਰ ਕੀ ਬਾਣੀ ਆ, ਤੇ ਸਾਡੇ ਪੂਰਨ ਜਿਹੜਾ ਗੁਰਸਿੱਖ ਆ ਉਹ ਜਾਗਤ ਜੋਤ ਮੰਨਦਾ ਗੁਰੂ ਗ੍ਰੰਥ ਸਾਹਿਬ ਨੂੰ। ਪਰ ਫੇਰ ਵੀ ਸੁਪਰੀਮ ਕੋਰਟ ਦੀ ਇਹ ਸਟੇਟਮੈਂਟ ਸੀ, ਜਾਗਤ ਜੋਤ ਦਾ ਜਿਹੜਾ ਦਰਜਾ ਦਿੱਤਾ ਗਿਆ ਇੱਕ ਜਿੰਦਾ ਗੁਰੂ ਦਾ। ਫਿਰ ਇਹਨਾਂ ਨੇ ਤਾਂ ਕਤਲ ਕੀਤਾ ਗੁਰੂ ਦਾ 328 ਸਰੂਪਾਂ ਦਾ। ਇਹਨਾਂ ਤੇ ਤਾਂ ਕਤਲ ਵਾਲੀ ਧਾਰਾ ਦੁਨਿਆਵੀ ਐਫਆਈਆਰ ਦਰਜ ਹੋਣੀ ਚਾਹੀਦੀ ਹੈ, ਇਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ।
ਕਿਉਂਕਿ ਜੇ ਅੱਜ ਇਹਨਾਂ ਦੇ ਪਰਚਾ ਦਰਜ ਨਹੀਂ ਹੁੰਦਾ ਫਿਰ ਕੱਲ ਨੂੰ ਜਿਹੜੇ ਬੇਅਦਬੀਆਂ ਕਰਨਗੇ ਉਹਨਾਂ ਤੇ ਵੀ ਪਰਚਾ ਦਰਜ ਹੋਣਾ ਮੁਨਾਸਿਬ ਨਹੀਂ ਆ। ਸਿੱਖ ਜਿਹੜਾ ਆ ਦਸਤਾਰ ਦੇ ਲਈ, ਕਕਾਰਾਂ ਦੇ ਲਈ ਵਿਦੇਸ਼ਾਂ ਦੇ ਵਿੱਚ ਲੜਦਾ ਪਿਆ ਇਸ ਵੇਲੇ ਕਿ ਇਹ ਪਛਾਣ ਸਾਡੀ, ਸਾਡੇ ਸਰੀਰ ਦੇ ਅੰਗ ਸਾਡੇ ਨਾਲ ਰਹਿਣ, ਜਿਹੜੀਆਂ ਬੰਦਿਸ਼ਾਂ ਲੱਗੀਆਂ ਉਹ ਹਟ ਜਾਣ। ਜਦੋਂ ਅਸੀਂ ਇੱਥੇ ਪੰਜਾਬ ਦੇ ਵਿੱਚ ਆਪਣੀ ਧਰਤੀ ਤੇ ਦਰਬਾਰ ਸਾਹਿਬ ਦੇ ਅੰਦਰ ਹਰ ਵਾਰ ਜੂਨ 84 ਦਾ ਜਦੋਂ ਦੌਰ ਆਉਂਦਾ ਆ ਤੇ ਉੱਥੇ ਟਕਰਾਅ ਹੁੰਦਾ ਦੇਖਦੇ ਆ, ਸਿੱਖ ਨੂੰ ਸਿੱਖ ਦੀ ਪੱਗ ਲਾਉਂਦੇ ਦੇਖਦੇ ਆ, ਟਾਸਕ ਫੋਰਸ ਦੀਆਂ ਡਾਂਗਾ ਵਰਦੀਆਂ ਦੇਖਦੇ ਆ, ਲੱਗਦਾ ਨਹੀਂ ਕਿ ਉਹ ਜਿਹੜੀ ਲੜਾਈ ਅਸੀਂ ਵਿਸ਼ਵ ਦੇ ਵਿੱਚ ਲੜਦੇ ਪਏ ਆ ਉਹਨੂੰ ਠੇਸ ਤਾਂ ਅਸੀਂ ਆਪ ਹੀ ਲਾ ਰਹੇ ਆ ਫਿਰ ਉਸ ਹਿਸਾਬ ਨਾਲ। ਤੇ ਹੁਣ ਵੀ ਜੇ ਇਦਾਂ ਦੀ ਪ੍ਰਸਥਿਤੀ ਬਣਦੀ ਹੈ ਤੇ ਇਹ ਕਿਤੇ ਨਾ ਕਿਤੇ ਜਿਹੜਾ ਆ ਉਹ ਇੱਕ ਬਦਨੁਮਾ ਦਾਗ ਲੱਗੇਗਾ, ਇਹਦੇ ਨਾਲ ਹਾਸਲ ਕੁਝ ਨਹੀਂ ਹੋਣਾ। ਬਿਲਕੁਲ ਜੀ, ਅਸੀਂ ਪਹਿਲਾਂ ਹੀ ਤੁਹਾਨੂੰ ਇਹ ਕਹਿ ਚੁੱਕੇ ਹਾਂ ਵੀ ਸਿੱਖ ਵੀ ਸ਼ਰਮਿੰਦਾ ਹੋਇਆ ਕਿ ਜਦ ਅਸੀਂ ਲੜਾਈ ਦੂਜਿਆਂ ਨਾਲ ਲੜਦੇ ਹਾਂ ਸਾਡੀ ਕੋਈ ਦਸਤਾਰ ਵਰਾ ਦਿੰਦਾ ਜਾਂ ਸਾਡੀ ਕੋਈ ਬੇਅਦਬੀ ਕਰਦਾ, ਅਸੀਂ 295 ਦੀ ਮੰਗ ਕਰਦੇ ਹਾਂ ਪਰਚਿਆਂ ਦੀ ਦੂਜਿਆਂ ਉੱਤੇ, ਦੋਸ਼ੀਆਂ ਉੱਤੇ। ਪਰ ਅੱਜ ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ, ਗੁੰਡਾ ਫੋਰਸ, ਟਾਸਕ ਫੋਰਸ ਕਾਹਦੀ ਉਹ ਗੁੰਡਾ ਫੋਰਸ ਇਹਨਾਂ ਤਿਆਰ ਕੀਤੀ ਆ, ਇਹਨਾਂ ਨੇ ਤਾਂ ਕੋਈ ਨਰੈਣੂ ਮਹੰਤਾਂ ਤੋਂ ਵੀ ਅੱਗੇ ਕੰਮ ਕੀਤਾ ਵਾ। ਇਹਨਾਂ ਕੋਲ ਕਦਰ ਕੀਮਤ ਨਾ ਤਾਂ ਦਸਤਾਰ ਦੀ ਫਰਲਾ ਭਰਾਇਆ ਗਿਆ ਸਿੰਘ ਦਾ, ਆਮ ਗੁਰਸਿੱਖ ਉਹਦੇ ਸੰਗਤ ਉੱਤੇ ਡਾਂਗ ਭਰਾਈ ਗਈ ਆ। ਇਸੇ ਅੱਜ ਜੋ ਅਸੀਂ ਕਰ ਰਹੇ ਹਾਂ, ਅਸੀਂ ਮੰਨਦੇ ਹਾਂ ਵੀ ਵਿਦੇਸ਼ਾਂ ਵਿੱਚ ਤਾਂ ਸਾਡੀ ਉਹ ਜਿਹੜੀ ਮੈਸੇਜ ਗਲਤ ਗਿਆ ਹੀ ਗਿਆ ਵਾ। ਅੱਜ ਆ ਜਿਹੜੀ ਜਵਾਨੀ ਦਾ ਰੋਸ ਵੀ ਇਹੀ ਆ ਤੇ ਅਸੀਂ ਰੋਸ ਮਾਰਚ ਵੀ ਕਰਨ ਨੂੰ ਦਰਬਾਰ ਸਾਹਿਬ ਜਾ ਰਹੇ ਹਾਂ। ਅਸੀਂ ਪਹਿਲਾਂ ਕਿਹਾ ਵੀ ਸਾਨੂੰ ਆਪ ਨੂੰ ਵੀ ਖੁਦ ਇਹ ਜ਼ਮੀਰ ਆਵਾਜ਼ ਨਹੀਂ ਦਿੰਦੀ, ਪਰ ਇਹਨਾਂ ਨਰੈਣੂ ਮਹੰਤਾਂ ਨੂੰ ਉੱਥੇ ਜਿਹੜੇ ਬੈਠੇ ਦਫ਼ਤਰਾਂ ਦੇ ਮੋਹਰੇ, ਇਹਨਾਂ ਨੂੰ ਇਸੇ ਪਰਚਿਆਂ ਨੂੰ ਪਰਚਾ ਦਰਜ ਕਰਾਉਣ ਵਾਸਤੇ ਆ ਜਿਹੜੀ ਲਹਿਰ ਅੱਜ ਦਰਬਾਰ ਸਾਹਿਬ ਜਾ ਰਹੀ ਹੈ ਜੀ। ਆਖਰੀ ਮੰਗ ਇਹੀ ਹੈ ਕਿ ਪਰਚਾ ਦਰਜ ਹੋਵੇ ਜਾਂ ਇਸ ਤੋਂ ਅੱਗੇ ਵੀ ਕੁਝ ਕਾਰਵਾਈ ਕਰਵਾਉਣ ਦੀ ਇੱਛਾ ਰੱਖਦੇ ਆ ਜਿਹੜੀਆਂ ਧਿਰਾਂ ਉੱਥੇ ਮੋਰਚਾ ਖੋਲੀ ਬੈਠੀਆਂ ਨੇ? ਸਾਡੀ ਤਾਂ ਜਿਹੜੀ ਇਸ ਵੇਲੇ ਸੰਗਤ ਜਾ ਰਹੀ ਆ ਉਹ ਤਾਂ ਮੋਰਚੇ ਨੂੰ ਸਮਰਥਨ ਦੇਵਾਂਗੇ। ਇੱਕੋ ਹੀ ਮੰਗ ਆ ਵੀ ਇਹਨਾਂ ਦੋਸ਼ੀਆਂ ਪਰ ਪਹਿਲਾਂ ਕਾਨੂੰਨੀ ਦੁਨਿਆਵੀ ਅਦਾਲਤ ਦੀ ਧਾਰਾ ਲਾਈ ਜਾਵੇ, ਫਿਰ ਜਦੋਂ ਇਹਨਾਂ ਤੇ ਲੱਗ ਜਾਵੇਗੀ ਇਹ ਫਿਰ ਇੱਕ ਦੂਜੇ ਤੇ ਆਪੇ ਹੀ ਕਾਰਵਾਈਆਂ ਕਰਾ ਲੈਣਗੇ। ਸਿੱਧੇ ਤੌਰ ਤੇ ਮੰਨ ਕੇ ਚੱਲਿਆ ਜਾਵੇ ਕਿ ਇਹ ਪਾਵਨ ਸਰੂਪ ਗਾਇਬ ਹੋਣ ਦਾ ਮਾਮਲਾ ਐਡੀ ਸਸਤੇ ਦੇ ਵਿੱਚ ਠੰਡਾ ਪੈਂਦਾ ਨਜ਼ਰ ਨਹੀਂ ਆਇਆ, ਭਾਵੇਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਾਂਚ ਟੀਮ ਦੇ ਵੱਲੋਂ ਕੁਝ ਤੱਥ, ਕੁਝ ਰਿਪੋਰਟਾਂ ਸਾਹਮਣੇ ਲਿਆ ਕੇ ਚੰਦ ਕੁ ਬੰਦਿਆਂ ਦੇ ਉੱਤੇ ਕਾਰਵਾਈ ਕਰਕੇ ਇਹ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਕਿ ਅਸੀਂ ਬਹੁਤ ਵੱਡੀ ਕਾਰਵਾਈ ਕਰਦੀ ਹੈ। ਪਰ ਸਿੱਖ ਸੰਗਤ ਇੰਨੀ ਕੁ ਕਾਰਵਾਈ ਨਾਲ ਸੰਤੁਸ਼ਟ ਨਹੀਂ ਆ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਤੇ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰੇਗੀ, ਵਪਾਰ ਨਹੀਂ ਕਰੇਗੀ। ਪਰ ਜਦੋਂ ਸਰੂਪ ਗਾਇਬ ਹੋਣ ਦੀ ਗੱਲ ਚੱਲਦੀ ਹੈ ਤੇ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਕਿ ਕੁਝ ਮਤਲਬ ਪ੍ਰਸਤ ਮਨਮੁਖ ਲੋਕਾਂ ਨੇ ਪ੍ਰਚਾਰ ਪ੍ਰਸਾਰ ਦੀ ਥਾਂ ਤੇ ਵਪਾਰ ਕੀਤਾ ਹੈ ਗੁਰੂ ਦੇ ਸਰੂਪ ਦਾ। ਤੇ ਇਸ ਲਈ ਸਿੱਖ ਸੰਗਤ ਲਗਾਤਾਰ ਮੰਗ ਕਰ ਰਹੀ ਹੈ ਕਿ FIR ਦਰਜ ਹੋਵੇ। ਹੁਣ ਇਸ ਮੋਰਚੇ ਦਾ ਕਿੰਨਾ ਕੁ ਦਬਾਅ ਬਣਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਕਿੰਨਾ ਕੁ ਫੈਸਲੇ ਦੇ ਵਿੱਚ ਬਦਲਾਅ ਆਉਂਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ, ਤੇ ਕੀ FIR ਦਰਜ ਹੁੰਦੀ ਹੈ ਜਾਂ ਨਹੀਂ ਹੁੰਦੀ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, TV ਪੰਜਾਬ, ਸੁਲਤਾਨਪੁਰ ਲੋਧੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਕੂੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।